ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸਰਣਾਗਤੀ, ਚਰਨ ਬਹੁਤ ਪ੍ਰਭ ਦੇਤ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਆਪਣੇ ਚਰਨ ਕਮਲਾਂ ਵਿੱਚ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਆ। ਸਤਿਗੁਰ ਕਿਰਪਾ ਕਰੇ ਨੇ, ਆਪਣੀ ਕਥਾ ਆਪ ਕਰਾ ਲੈਣ। ਸਾਡੇ ਵਿੱਚ ਕੋਈ ਬਲ ਨਹੀਂ, ਕੋਈ ਹਿੰਮਤ ਨਹੀਂ। ਇਹ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਜੀ, ਨਾਮ ਦੇ ਦਿਓ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਭਈ ਪ੍ਰਾਪਤ ਮਾਨੁਖ ਦਿਉਰੀਆ, ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹੀ ਤੇਰੀ ਵਾਰੀ ਹੈ, ਗੋਵਿੰਦ ਮਿਲਣੇ ਕੀ। ਗੁਰੂ ਪਿਆਰਿਓ, ਮਨੁੱਖਾ ਜਨਮ ਦਾ ਅਸਲ ਮਨੋਰਥ ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਣੀ ਹੈ। ਮਨੁੱਖ ਅਤੇ ਪਰਮਾਤਮਾ ਦੇ ਵਿਚਕਾਰ ਜੋ ਬਿੱਥ ਹੈ, ਜੋ ਪਾਲ ਹੈ, ਜੋ ਦੀਵਾਰ ਹੈ, ਜੋ ਕੰਧ ਹੈ, ਉਹ ਹੈ ਝੂਠ ਦੀ, ਉਹ ਹੈ ਕੂੜ ਦੀ। ਉਸ ਕੂੜ ਦੀ ਦੀਵਾਰ ਨੂੰ, ਉਸ ਕੂੜ ਦੀ ਕੰਧ ਨੂੰ ਕਿਵੇਂ ਤੋੜੀਏ? ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਰ। ਮਨੁੱਖ ਦੀ ਮੰਜ਼ਲ ਸੱਚ ਹੈ, ਮਨੁੱਖ ਦੀ ਚਾਹਤ ਸੱਚ ਹੈ, ਮਨੁੱਖ ਦੇ ਪ੍ਰਾਣਾਂ ਦੀ ਪਿਆਸ ਸੱਚ ਹੈ, ਮਨੁੱਖ ਦਾ ਭਵਿੱਖ ਸੱਚ ਹੈ। ਫਿਰ ਰੋਕ ਕੀ ਹੈ? ਰੋਕ ਹੈ ਕੂੜ, ਰੋਕ ਹੈ ਝੂਠ। ਚਾਹਤ ਸੱਚ ਦੀ ਜ਼ਰੂਰ ਹੈ ਮਨੁੱਖ ਦੇ ਅੰਦਰ, ਪਰ ਕਸ਼ਿਸ਼ ਝੂਠ ਦੀ ਵੀ ਹੈ। ਪ੍ਰਾਣਾਂ ਵਿੱਚ ਪਿਆਸ ਸੱਚ ਦੀ ਜ਼ਰੂਰ ਹੈ, ਪਰ ਅਸਰ ਝੂਠ ਦਾ ਵੀ ਹੈ। ਜਿੱਥੇ ਆਤਮਾ ਆਖਦੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਐ ਮਨੁੱਖ ਤੂੰ ਮੂਲ ਮੰਤਰ ਸਾਹਿਬ ਦਾ ਪਾਠ ਕਰ, ਗੁਰਮੰਤਰ ਜਪ ਔਰ ਨਿਤਨੇਮ ਦੀਆਂ ਬਾਣੀਆਂ ਪੜ੍ਹ, ਉਦੋਂ ਸਰੀਰ ਆਖਦਾ ਏ, ਸਰੀਰ ਦਾ ਰਸ ਉੱਠਣ ਤੋਂ ਇਨਕਾਰ ਕਰਦਾ ਏ। ਸਰੀਰ ਆਖਦਾ ਏ ਕਿ ਠੰਡ ਜਿਹੀ ਲੱਗ ਰਹੀ ਹੈ, ਕਿ ਰਜਾਈ ਲੈ ਕੇ ਹੋਰ ਸੋ ਜਾਵਾਂ। ਇਸ ਲਈ ਸਰੀਰ ਦਾ ਰਸ ਪਛਾਣ ਨੂੰ ਲੈ ਕੇ ਜਾਂਦਾ ਏ, ਆਤਮਾ ਦਾ ਰਸ ਅਗਾਂਹ ਨੂੰ ਲੈ ਕੇ ਜਾਂਦਾ ਹੈ। ਇਸ ਨੂੰ ਕਹਿੰਦੇ ਨੇ ਕਿ ਮਨੁੱਖ ਦੁਬਦਾ ਵਿੱਚ ਜਿਉਂਦਾ ਹੈ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਰ। ਪਰਮਾਤਮਾ ਸੱਚ ਹੈ, ਸੱਚ ਵਿੱਚ ਸੁਚਿਆਰ ਹੀ ਲੀਨ ਹੋ ਸਕਦਾ ਹੈ, ਕੂੜੇ ਆਰ ਨਹੀਂ। ਇਹ ਇੱਕ ਰੱਬੀ ਨਿਯਮ ਹੈ ਕਿ ਸੁਜਾਤੀ ਮੇਲ ਹੋ ਸਕਦਾ ਹੈ, ਵਿਜਾਤੀ ਨਹੀਂ। ਦੁੱਧ ਵਿੱਚ ਹੋਰ ਦੁੱਧ ਮਿਲਾਇਆ ਜਾ ਸਕਦਾ ਹੈ, ਪਰ ਸ਼ਰਾਬ ਨਹੀਂ ਮਿਲਾਈ ਜਾ ਸਕਦੀ। ਰੋਸ਼ਨੀ ਵਿੱਚ ਰੋਸ਼ਨੀ ਮਿਲਾਈ ਜਾ ਸਕਦੀ ਹੈ, ਹਨੇਰਾ ਨਹੀਂ ਮਿਲਾਇਆ ਜਾ ਸਕਦਾ। ਸੁਗੰਧੀ ਵਿੱਚ ਹੋਰ ਸੁਗੰਧੀ ਮਿਲਾਈ ਜਾ ਸਕਦੀ ਹੈ, ਪਰ ਦੁਰਗੰਧੀ ਨਹੀਂ ਮਿਲਾਈ ਜਾ ਸਕਦੀ। ਇਸੇ ਤਰ੍ਹਾਂ ਸੱਚ ਵਿੱਚ ਸੁਚਿਆਰ ਹੀ ਲੀਨ ਹੋ ਸਕਦਾ ਹੈ,
ਕੂੜੇਆਰ ਨਹੀਂ। ਸੱਚ ਤੇ ਕੂੜ ਦੋਵੇਂ ਵਿਜਾਤੀ ਨੇ। ਸੱਚ ਵਿੱਚ ਸਚਿਆਰ ਹੀ ਲੀਨ ਹੋ ਸਕਦਾ ਏ, ਕੂੜੇਆਰ ਨਹੀਂ। ਸੱਚ ਦਾ ਮਿਲਣ ਪਰਮ ਵਿਸ਼ਰਾਮ ਦਾ ਮਿਲਣ ਹੈ। ਸੱਚ ਦਾ ਮਿਲਣ ਪਰਮ ਆਨੰਦ ਦਾ ਮਿਲਣ ਹੈ। ਸੱਚ ਦਾ ਮਿਲਣ ਮੂਲ ਦਾ ਮਿਲਣ ਹੈ। ਸੱਚ ਦਾ ਮਿਲਣ ਖੁਸ਼ੀਆਂ ਦਾ ਮਿਲਣ ਹੈ। ਸੱਚ ਦਾ ਮਿਲਣ ਜਿਸ ਵਿੱਚ ਜਨਮ ਨਹੀਂ, ਜਿਸ ਵਿੱਚ ਮਰਨ ਨਹੀਂ। ਸੱਚ ਦਾ ਮਿਲਣ ਪ੍ਰਕਾਸ਼ ਦਾ ਮਿਲਣ ਹੈ। ਸੱਚ ਦਾ ਮਿਲਣ ਖੇੜਿਆਂ ਦਾ ਮਿਲਣ ਹੈ। ਸੱਚ ਦਾ ਮਿਲਣ ਆਨੰਦ ਦਾ ਮਿਲਣ ਹੈ। ਸੱਚ ਦਾ ਮਿਲਣ ਉਸ ਪਰਮਾਤਮਾ ਦਾ ਮਿਲਣ ਹੈ। ਕੂੜ ਦੁੱਖ ਹੈ, ਕੂੜ ਕਲੇਸ਼ ਹੈ, ਕੂੜ ਬਿਪਤਾ ਹੈ। ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਝੂਠ ਦੀ ਪਾਲ ਕਿਵੇਂ ਟੁੱਟੇ। ਅੱਗੇ ਮੇਰੇ ਸਤਿਗੁਰ ਇਸੇ ਹੀ ਸਵਾਲ ਦਾ ਜਵਾਬ ਦਿੰਦੇ ਨੇ, ਉੱਤਰ ਦਿੰਦੇ ਨੇ। ਮੇਰੇ ਸਤਿਗੁਰ ਆਖਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੀ ਰਜਾ ਵਿੱਚ ਚੱਲਣਾ, ਹੁਕਮ ਦੀ ਪ੍ਰਸੰਨਤਾ ਵਿੱਚ ਚੱਲਣਾ, ਹੁਕਮ ਨੂੰ ਮੰਨ ਕੇ ਚੱਲਣਾ। ਕਿਹੜੇ ਹੁਕਮ ਨੂੰ ਮੰਨ ਕੇ ਚੱਲਣਾ? ਇਹ ਮਨੁੱਖ ਜੋ ਤੇਰੇ ਨਾਲ ਲਿਖਿਆ ਹੋਇਆ ਹੈ। ਨਿਯਮ ਪ੍ਰਭੂ ਦਾ ਮਨੁੱਖ ਦੇ ਨਾਲ ਲਿਖਿਆ ਹੋਇਆ। ਹਰ ਖੇਡ ਮਰਿਆਦਾ ਵਿੱਚ, ਸੋਣਾ ਵੀ ਮਰਿਆਦਾ ਵਿੱਚ। ਜੇ ਜ਼ਿਆਦਾ ਸੌਵੇਂਗਾ ਤਾਂ ਵੀ ਹਾਨੀਕਾਰਕ ਹੈ, ਜੇ ਘੱਟ ਸੌਵੇਂਗਾ ਤਾਂ ਵੀ ਹਾਨੀਕਾਰਕ ਹੈ। ਜੇ ਪਾਣੀ ਜ਼ਿਆਦਾ ਪੀਵੇਂਗਾ ਤਾਂ ਵੀ ਆਫਰ ਜਾਏਗਾ, ਜੇ ਘੱਟ ਪੀਏਗਾ ਤਾਂ ਵੀ ਹਾਨੀਕਾਰਕ ਹੈ। ਜੇ ਖਾਣਾ ਵੱਧ ਖਾਵੇਂਗਾ ਤਾਂ ਵੀ ਹਾਨੀਕਾਰਕ ਹੈ, ਜੇ ਖਾਣਾ ਘੱਟ ਖਾਏਗਾ ਤਾਂ ਵੀ ਕਮਜ਼ੋਰ ਹੋ ਜਾਵੇਗਾ, ਤਾਂ ਵੀ ਹਾਨੀਕਾਰਕ ਹੈ। ਹਰ ਇੱਕ ਚੀਜ਼ ਪਰਮਾਤਮਾ ਨੇ ਮਰਿਆਦਾ ਵਿੱਚ ਬੰਨੀ ਹੋਈ ਹੈ। ਗੁਰੂ ਪਿਆਰਿਓ, ਸਤਿਗੁਰੂ ਆਖਦੇ ਨੇ ਕਿ ਇਹ ਮਨੁੱਖ, ਜੇ ਤੂੰ ਜ਼ਿਆਦਾ ਬੋਲੇਗਾ ਮਨ ਖਿੰਡੇਗਾ, ਗਲਤ ਸੁਣੇਗਾ ਤੇਰੇ ਮਨ ਵਿੱਚ ਗਲਤ ਵਿਚਾਰ ਆਉਣਗੇ। ਜਦੋਂ ਤੂੰ ਮਰਿਆਦਾ ਦੀ ਉਲੰਘਣਾ ਕਰੇਗਾ ਦੁਖੀ ਹੋਵੇਂਗਾ। ਤੂੰ ਭੋਜਨ ਛਕ ਰਿਹਾ ਹੈ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੂੰ ਭੋਜਨ ਤੱਤਾਂ ਕਰਕੇ ਛਕ ਰਿਹਾ ਹੈ ਜਾਂ ਸਵਾਦ ਕਰਕੇ ਛਕ ਰਿਹਾ ਹੈ। ਜੇ ਭੋਜਨ ਵਿੱਚ ਤੱਤ ਨਹੀਂ, ਸਾਰ ਸਰੀਰ ਲਈ ਇਹ ਤੇਰਾ ਖਾਧਾ ਹੋਇਆ ਭੋਜਨ ਨੁਕਸਾਨਦੇਹ ਹੋਵੇਗਾ। ਤੱਤਾਂ ਦੀ ਵੀ ਮਰਿਆਦਾ ਹੈ। ਕਿੰਨੇ ਤੱਤ ਹੋਣੇ ਚਾਹੀਦੇ ਨੇ? ਜ਼ਿਆਦਾ ਤੱਤ ਵੀ ਹਾਨੀਕਾਰਕ ਨੇ, ਘੱਟ ਤੱਤ ਵੀ ਹਾਨੀਕਾਰਕ ਨੇ। ਹਰੇਕ ਚੀਜ਼ ਪਰਮਾਤਮਾ ਨੇ ਮਰਿਆਦਾ ਵਿੱਚ ਬਣਾਈ ਹੋਈ ਹੈ। ਇਹ ਮਨੁੱਖ, ਤੂੰ ਜ਼ਿਆਦਾ ਸੋਚੇਗਾ, ਦਿਮਾਗ ਉੱਤੇ ਬੋਝ ਪਾਵੇਂਗਾ। ਜ਼ਿਆਦਾ ਚਿੰਤਾ ਫਿਕਰ ਵਿੱਚ ਬੰਦਾ ਆਪਣਾ ਦਿਮਾਗੀ ਸੰਤੁਲਨ ਖੋ ਬੈਠਦਾ ਹੈ। ਦੁੱਖ ਕੀ ਹੈ? ਪਰਮਾਤਮਾ ਦੇ ਬਣਾਏ ਨਿਯਮਾਂ ਦੀ ਉਲੰਘਣਾ। ਸੁੱਖ ਕੀ ਹੈ? ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਦੀ ਪਾਲਣਾ ਕਰਨੀ, ਪਰਮਾਤਮਾ ਦੇ ਬਣਾਏ ਹੋਏ ਹੁਕਮ ਦੀ ਪਾਲਣਾ ਕਰਨੀ। ਦੁੱਖ ਪਰਮਾਤਮਾ ਵੱਲੋਂ ਦਿੱਤੀ ਗਈ ਕਰੂਪੀ ਨਹੀਂ, ਸਜ਼ਾ ਨਹੀਂ, ਬਲਕਿ ਨਿਯਮ ਦੀ ਉਲੰਘਣਾ ਕਰਨ ਦਾ ਫਲ ਹੈ। ਜਦੋਂ ਵੀ ਕੋਈ ਮਨੁੱਖ ਦੁੱਖ ਭੋਗਦਾ ਹੈ, ਦੁੱਖ ਭੋਗਣ ਦੀ ਜ਼ਿੰਮੇਵਾਰੀ ਉਸ ਦੀ ਆਪਣੀ ਹੈ। ਦੁੱਖ ਦਾ ਮਤਲਬ ਹੈ ਕਿ ਉਸ ਨੇ ਪਰਮਾਤਮਾ ਦੇ ਬਣਾਏ ਹੋਏ ਨਿਯਮ ਦੀ ਉਲੰਘਣਾ ਕੀਤੀ ਹੈ। ਮਨੁੱਖ ਨੂੰ ਪਰਮਾਤਮਾ ਨੇ ਇਹ ਖੁੱਲ੍ਹ ਦਿੱਤੀ ਹੋਈ ਹੈ। ਪਰਮਾਤਮਾ ਨੇ ਮਨੁੱਖ ਨੂੰ ਇਹ ਆਜ਼ਾਦੀ ਦਿੱਤੀ ਹੋਈ ਹੈ ਕਿ ਉਹ ਪਰਮਾਤਮਾ ਦੇ ਬਣਾਏ ਹੋਏ ਹੁਕਮ ਦੀ ਉਲੰਘਣਾ ਵੀ ਕਰ ਸਕਦਾ ਹੈ ਔਰ ਉਹ ਪਰਮਾਤਮਾ ਦੇ ਬਣਾਏ ਹੋਏ ਹੁਕਮ ਦੀ ਪਾਲਣਾ ਵੀ ਕਰ ਸਕਦਾ ਹੈ। ਹੁਕਮ ਦੀ ਉਲੰਘਣਾ ਕਰਨ ਵਾਲਾ ਦੁੱਖ ਭੋਗਦਾ ਹੈ। ਹੁਕਮ ਦੀ ਪਾਲਣਾ ਕਰਨ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹੁਕਮ ਦੀ ਉਲੰਘਣਾ ਕਰਨ ਨਾਲ ਦੁੱਖ ਹੀ ਦੁੱਖ ਪੱਲੇ ਵਿੱਚ ਪੈਂਦੇ ਨੇ। ਪ੍ਰਭੂ ਦੀ ਰਜ਼ਾ, ਹੁਕਮ ਵਿੱਚ ਚੱਲਣ ਨਾਲ ਸੁੱਖ ਮਿਲਦਾ ਹੈ। ਪ੍ਰਭੂ ਦੀ ਇਹੀ ਰਜ਼ਾ ਹੈ ਕਿ ਇਹ ਬੰਦੇ ਤੂੰ ਆਨੰਦ ਮਾਣ, ਇਹ ਜੀ ਤੂੰ ਖੁਸ਼ੀਆਂ ਮਾਣ, ਇਹ ਜੀ ਸੁੱਖ ਮਾਣਨ, ਇਹ ਜੀ ਖਿੜੇ ਰਹਿਣ। ਪਰ ਜੇ ਹੁਣ ਮਨੁੱਖ ਕੋਈ ਨਿਯਮ ਦੀ ਉਲੰਘਣਾ ਕਰੇ, ਇਹ ਪ੍ਰਭੂ ਦੀ ਰਜ਼ਾ ਨਹੀਂ,
ਇਹ ਉਸ ਦੀ ਚਾਹਤ ਨਹੀਂ ਹੈ। ਇਹ ਜੋ ਪ੍ਰਮਾਤਮਾ ਨੇ ਖੁੱਲ੍ਹ ਦਿੱਤੀ ਹੈ, ਇਹ ਵੀ ਉਸ ਪ੍ਰਮਾਤਮਾ ਦੀ ਦਇਆ ਏ, ਇਹ ਵੀ ਉਸ ਪ੍ਰਮਾਤਮਾ ਦੀ ਰਹਿਮਤ ਏ, ਜਿਹੜੀ ਉਸਨੇ ਸਾਨੂੰ ਇਹ ਖੁੱਲ੍ਹ ਦਿੱਤੀ ਹੋਈ ਹੈ ਕਿ ਅਸੀਂ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ ਦੀ ਉਲੰਘਣਾ ਵੀ ਕਰ ਸਕਦੇ ਹਾਂ, ਅਸੀਂ ਉਸ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ ਦੀ ਪਾਲਣਾ ਵੀ ਕਰ ਸਕਦੇ ਹਾਂ। ਔਰ ਜਿੱਥੇ ਹੀ ਮਨੁੱਖ ਤੋਂ ਨਿਯਮ ਦੀ ਉਲੰਘਣਾ ਹੋਈ, ਉੱਥੇ ਹੀ ਦੁੱਖਾਂ ਦਾ ਜਨਮ ਹੋ ਗਿਆ। ਪ੍ਰਮਾਤਮਾ ਨੇ ਮਨੁੱਖ ਨੂੰ ਅੱਖਾਂ ਦਿੱਤੀਆਂ ਨੇ, ਇਸ ਗੱਲ ਦੀ ਖੁੱਲ੍ਹ ਹੈ ਕਿ ਉਹ ਅੱਖਾਂ ਖੋਲ ਕੇ ਵੀ ਚੱਲ ਸਕਦਾ ਹੈ ਔਰ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ ਹੈ। ਅੱਖਾਂ ਖੋਲ ਕੇ ਚੱਲੇ ਤਾਂ ਉਹ ਠੋਕਰਾਂ ਤੋਂ ਬਚਿਆ ਰਹੇਗਾ, ਚੋਟਾਂ ਤੋਂ ਬਚਿਆ ਰਹੇਗਾ, ਪਰ ਅੱਖਾਂ ਬੰਦ ਕਰਕੇ ਚੱਲੇਗਾ, ਠੋਕਰਾਂ ਖਾਵੇਗਾ, ਚੋਟਾਂ ਖਾਵੇਗਾ। ਔਰ ਜਦ ਚੋਟਾਂ ਲੱਗਣਗੀਆਂ, ਜ਼ਖਮ ਹੋਣਗੇ, ਗਿਲਾ ਕਰੇ ਪ੍ਰਭੂ ਉੱਤੇ ਕਿ ਮੈਂ ਠੋਕਰ ਖਾ ਗਿਆ ਹਾਂ, ਤਾਂ ਪ੍ਰਭੂ ਐਸਾ ਕਹਿ ਸਕਦਾ ਹੈ ਕਿ ਤੂੰ ਨਿਯਮ ਦੀ ਉਲੰਘਣਾ ਕੀਤੀ ਹੈ ਭਾਈ। ਤੂੰ ਅੱਖਾਂ ਖੋਲ ਕੇ ਚੱਲਣਾ ਸੀ, ਤੂੰ ਵੇਖ ਕੇ ਚੱਲਣਾ ਸੀ। ਮਨੁੱਖ ਦੇ ਹੱਥ ਪ੍ਰਭੂ ਨੇ ਬੁੱਧੀ ਦਾ ਦੀਵਾ, ਮਨੁੱਖ ਦੇ ਹੱਥ ਪ੍ਰਭੂ ਨੇ ਬੁੱਧੀ ਦਾ ਦੀਪਕ ਪਕੜਾ ਦਿੱਤਾ ਹੈ ਕਿ ਐ ਮਨੁੱਖ, ਤੂੰ ਆਪਣਾ ਜੀਵਨ ਰੋਸ਼ਨੀ ਵਿੱਚ ਬਤੀਤ ਕਰ, ਤੂੰ ਆਪਣਾ ਜੀਵਨ ਪ੍ਰਕਾਸ਼ ਵਿੱਚ ਬਤੀਤ ਕਰ। ਪਰ ਜੇ ਹੁਣ ਮਨੁੱਖ ਅੱਖਾਂ ਬੰਦ ਕਰਕੇ ਚੱਲੇ, ਕਿ ਜੇ ਹੁਣ ਮਨੁੱਖ ਅੱਖਾਂ ਬੰਦ ਕਰਕੇ ਚੱਲੇ, ਇਸ ਰੋਸ਼ਨੀ ਨੂੰ ਵੇਖੇ ਹੀ ਨਾ, ਤਾਂ ਠੋਕਰ ਖਾ ਜਾਏਗਾ, ਗਿਰ ਜਾਏਗਾ। ਇਹ ਜ਼ਿੰਮੇਵਾਰੀ ਪ੍ਰਭੂ ਦੀ ਨਹੀਂ। ਕਰਤੇ ਪੁਰਖ ਉੱਤੇ ਕੋਈ ਦੋਸ਼ ਨਹੀਂ ਹੁੰਦਾ, ਪ੍ਰਭੂ ਉੱਤੇ ਕੋਈ ਦੋਸ਼ ਨਹੀਂ ਹੁੰਦਾ। ਜੀਵ ਜਦੋਂ ਵੀ ਨਿਯਮ ਦੀ ਉਲੰਘਣਾ ਕਰਦਾ ਹੈ, ਦੁੱਖ ਭੋਗਣ ਦੇ ਕੋਈ ਨਾ ਕੋਈ ਕਾਰਨ ਵਸੀਲੇ ਪੈਦਾ ਹੋ ਹੀ ਜਾਂਦੇ ਨੇ। ਮਨੁੱਖ ਨੂੰ ਦੁਖੀ ਹੋਣਾ ਹੀ ਪੈਂਦਾ ਹੈ, ਮਨੁੱਖ ਨੂੰ ਵਿਪਤਾ ਸਹੇੜਨੀ ਹੀ ਪੈਂਦੀ ਹੈ। ਜਦੋਂ ਉਸਨੇ ਨਿਯਮਾਂ ਦੀ ਉਲੰਘਣਾ ਕੀਤੀ, ਉਸ ਦੇ ਪੱਲੇ ਦੁੱਖ ਹੀ ਦੁੱਖ ਪੈਣੇ ਨੇ। ਸੁੱਖ ਪ੍ਰਭੂ ਦੀ ਰਜ਼ਾ ਹੈ, ਪ੍ਰਭੂ ਦੀ ਚਾਹਤ ਹੈ, ਪ੍ਰਭੂ ਦੀ ਮੰਗ ਹੈ। ਪ੍ਰਭੂ ਚਾਹੁੰਦਾ ਹੈ ਕਿ ਜੀ ਖੁਸ਼ ਰਹਿਣ, ਜੀ ਖੁਸ਼ੀ ਸੁਖੀ ਰਹਿਣ। ਪਰ ਜੇ ਰਜ਼ਾ ਤੋਂ ਮਨੁੱਖ ਉਲਟ ਚੱਲਿਆ, ਹੁਕਮ ਤੋਂ ਉਲਟ ਚੱਲਿਆ, ਜੇ ਨਿਯਮਾਂ ਦੀ ਉਲੰਘਣਾ ਕੀਤੀ, ਸਿਵਾਏ ਦੁੱਖਾਂ ਤੋਂ ਹੋਰ ਕੁਛ ਨਹੀਂ, ਦੁੱਖ ਹੀ ਪੱਲੇ ਪੈਣੇ ਨੇ। ਹੁਣ ਅਸੀਂ ਦੇਖਦੇ ਹਾਂ ਕਿ ਸੜਕ ਤੇ ਚੱਲਣ ਵਾਲਿਆਂ ਲਈ ਸਰਕਾਰ ਨੇ ਨਿਯਮ ਬਣਾਏ ਹੋਏ ਨੇ, ਕਾਨੂੰਨ ਬਣਾਏ ਹੋਏ ਨੇ, ਔਰ ਜੋ ਕਿ ਨਿਯਮ ਬਣਾਏ ਨੇ ਕਿ ਕਿਸੇ ਮਨੁੱਖ ਨਾਲ ਕਿਤੇ ਕੋਈ ਦੁਰਘਟਨਾ ਨਾ ਹੋ ਜਾਵੇ, ਕਿਸੇ ਦੀ ਖਾਮਖਾ ਕਿਤੇ ਜਾਨ ਨਾ ਚਲੀ ਜਾਵੇ। ਹੁਣ ਜੇ ਕੋਈ ਮਨੁੱਖ ਕਹੇ ਕਿ ਭਾਈ ਮੈਂ ਚੱਲਣਾ ਤਾਂ ਸੜਕ ਉੱਤੇ ਹੀ ਹੈ, ਪਰ ਨਿਯਮਾਂ ਦੀ ਪਾਲਣਾ ਨਹੀਂ ਕਰਨੀ, ਮੈਂ ਟ੍ਰੈਫਿਕ ਰੂਲ ਦੀ ਪਾਬੰਦੀ ਨਹੀਂ ਰੱਖਣੀ, ਉਹ ਗਿਰੇਗਾ, ਉਹ ਚੋਟ ਖਾਵੇਗਾ। ਔਰ ਇਹ ਜ਼ਿੰਮੇਵਾਰੀ ਗਿਰਨ ਵਾਲੇ ਦੀ ਹੈ। ਨਿਯਮ ਤਾਂ ਬਣ ਚੁੱਕੇ ਨੇ। ਪ੍ਰਭੂ ਨੇ ਵੀ, ਉਸ ਪਰਮਾਤਮਾ ਨੇ ਵੀ ਸੰਸਾਰ ਵਿੱਚ ਜੀਵਨ ਨੂੰ ਚਲਾਉਣ ਵਾਸਤੇ ਨਿਯਮ ਬਣਾ ਰੱਖੇ ਨੇ। ਉਹ ਨਿਯਮ ਕੀ ਨੇ? ਉਹ ਨਿਯਮ ਧਰਮ ਗ੍ਰੰਥਾਂ ਦੀ ਬਾਣੀ, ਮਹਾਂਪੁਰਸ਼ਾਂ ਦੇ ਬੋਲ, ਮਹਾਂਪੁਰਸ਼ਾਂ ਦਾ ਉਪਦੇਸ਼, ਅਕਾਲ ਪੁਰਖ ਦੇ ਨਿਯਮਾਂ ਬਾਰੇ ਉਹ ਹਮੇਸ਼ਾ ਸਾਨੂੰ ਦੱਸਦੇ ਰਹਿੰਦੇ ਨੇ ਕਿ ਜਿੱਥੇ ਨਿਯਮ ਦੀ ਉਲੰਘਣਾ ਕੀਤੀ, ਸਿਵਾਏ ਦੁੱਖਾਂ ਤੋਂ ਹੋਰ ਕੁਝ ਪੱਲੇ ਨਹੀਂ ਪੈਣਾ। ਦੁੱਖ ਹੀ ਪੱਲੇ ਪੈਣੇ ਨੇ, ਸਿਵਾਏ ਵਿਪਤਾ ਤੋਂ ਹੋਰ ਕੁਝ ਨਹੀਂ ਹੋਵੇਗਾ। ਔਰ ਉਸੇ ਨਿਯਮ ਨੂੰ ਗੁਰੂ ਨਾਨਕ ਦੇਵ ਜੀ ਹੁਕਮ ਕਹਿੰਦੇ ਨੇ। ਔਰ ਇਹ ਮਨੁੱਖ, ਉਸ ਪਰਮਾਤਮਾ ਦਾ ਇਹ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ। ਜੇ ਤੂੰ ਅੱਖਾਂ ਦਾ ਗਲਤ ਇਸਤੇਮਾਲ ਕਰੇਗਾ, ਤੂੰ ਜ਼ਿਆਦਾ ਅੱਖਾਂ ਦਾ ਇਸਤੇਮਾਲ ਕਰੇਗਾ ਔਰ ਅੱਖਾਂ ਰੋਗੀ ਹੋ ਜਾਣਗੀਆਂ। ਤੂੰ ਜ਼ੁਬਾਨ ਵਿੱਚ ਮਿੱਥਿਆ ਵਾਕ ਰੱਖੇਗਾ, ਤੇਰੀ ਰਸਨਾ ਮੈਲੀ ਹੋ ਜਾਵੇਗੀ। ਜੇ ਤੂੰ ਕਿਸੇ ਵਾਸਤੇ ਮੁਸ਼ਕਲਾਂ ਪੈਦਾ ਕਰੇਗਾ, ਤੈਨੂੰ ਆਪ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਤੇਰੀ ਜ਼ਿੰਦਗੀ ਆਪਣੀ ਵੀ ਮੁਸ਼ਕਲਾਂ ਵਿੱਚ ਬਤੀਤ ਹੋਵੇਗੀ। ਪ੍ਰਭੂ ਨੇ ਇਸ ਢੰਗ ਦਾ ਨਿਯਮ ਬਣਾ ਰੱਖਿਆ ਕਿ ਜੈਸੇ ਧਰਤੀ ਵਿੱਚ ਅਸੀਂ ਇੱਕ ਬੀਜ ਬੋਂਦੇ ਹਾਂ,
ਧਰਤੀ ਵਿੱਚ ਅਸੀਂ ਇੱਕ ਬੀਜ ਬੀਜਦੇ ਹਾਂ, ਉਹ ਸਾਨੂੰ ਅਨੰਤ ਦਾਣੇ ਹੋ ਕੇ, ਅਨੰਤ ਬੀਜ ਹੋ ਕੇ ਸਾਨੂੰ ਵਾਪਸ ਆਉਂਦਾ ਹੈ। ਭਾਵੇਂ ਬੀਜ ਅਸੀਂ ਉਹ ਮਾੜਾ ਬੀਜੀਏ, ਚਾਹੇ ਅਸੀਂ ਬੀਜ ਉਹ ਚੰਗਾ ਬੀਜੀਏ, ਅਸੀਂ ਭਾਵੇਂ ਉਹ ਬੀਜ ਕਿਸੇ ਜ਼ਹਿਰੀਲੇ ਬੂਟੇ ਦਾ ਬੀਜੀਏ, ਚਾਹੇ ਕਿਸੇ ਅੰਮ੍ਰਿਤਮਈ ਫਲਦਾਰ ਬੂਟੇ ਦਾ ਬੀਜ ਬੀਜੀਏ, ਬੋਇਆ ਹੋਇਆ ਬੀਜ ਦਾ ਇੱਕ ਦਾਣਾ ਅਨੰਤ ਦਾਣੇ ਹੋ ਕੇ ਵਾਪਸ ਆਉਂਦਾ ਹੈ। ਇਸੇ ਤਰ੍ਹਾਂ ਗੁਰੂ ਪਿਆਰਿਓ, ਅਸੀਂ ਕਰਮ ਭਾਵੇਂ ਸ਼ੁਭ ਕਰੀਏ ਭਾਵੇਂ ਅਸ਼ੁਭ ਕਰੀਏ, ਇਹ ਅਨੰਤ ਗੁਣਾ ਹੋ ਕੇ ਵਾਪਸ ਆਉਂਦੇ ਨੇ। ਇਹ ਅਨੰਤ ਗੁਣਾ ਹੋ ਕੇ ਵਾਪਸ ਆਉਂਦੇ ਨੇ। ਜੇ ਤੁਸੀਂ ਕਿਸੇ ਨੂੰ ਸੁੱਖ ਦਿੱਤਾ ਹੈ, ਤੁਹਾਨੂੰ ਅਨੰਤ ਗੁਣ, ਅਨੰਤ ਸੁੱਖ ਪ੍ਰਾਪਤ ਹੋਣਗੇ ਔਰ ਤੁਹਾਨੂੰ ਅਨੰਤ ਗੁਣ ਹੋ ਕੇ ਵਾਪਸ ਆਉਂਦਾ ਹੈ। ਜੇ ਤੁਸੀਂ ਇੱਕ ਬੀਜ ਬੀਜਦੇ ਹੋ, ਇੱਕ ਵੀ ਕਿਸੇ ਨੂੰ ਸੁੱਖ ਦਿੰਦੇ ਹੋ ਔਰ ਤੁਹਾਡੀ ਝੋਲੀ ਹਾਸਿਆਂ ਨਾਲ ਭਰ ਜਾਂਦੀ ਹੈ। ਜੇ ਤੁਸੀਂ ਕਦੇ ਕਿਸੇ ਨੂੰ ਹਸਾਇਆ ਹੈ, ਕਿਸੇ ਨੂੰ ਤੁਸੀਂ ਇੱਕ ਫੁੱਲ ਭੇਟ ਕੀਤਾ ਹੈ, ਤੁਹਾਡੇ ਰਸਤੇ ਵਿੱਚ ਫੁੱਲ ਵਿਛ ਜਾਂਦੇ ਨੇ, ਪਰ ਯਾਦ ਰੱਖ, ਤੂੰ ਕਿਸੇ ਦੇ ਰਸਤੇ ਵਿੱਚ ਜੇ ਇੱਕ ਕੰਡਾ ਰੱਖਿਆ, ਤੈਨੂੰ ਜ਼ਿੰਦਗੀ ਦੀ ਹਰ ਰਾਹ ਵਿੱਚ ਕੰਡਿਆਂ ਉੱਤੋਂ ਹੀ ਚੱਲਣਾ ਪਵੇਗਾ ਔਰ ਤੈਨੂੰ ਕੰਡਿਆਂ ਤੋਂ ਸਿਵਾ ਹੋਰ ਕੁਝ ਨਹੀਂ ਮਿਲੇਗਾ। ਜੇ ਤੂੰ ਕਿਸੇ ਦੇ ਰਸਤੇ ਵਿੱਚ ਇੱਕ ਰੋੜਾ ਰੱਖਿਆ ਹੈ, ਤੂੰ ਜਿੱਧਰ ਜਾਵੇਂਗਾ ਤੈਨੂੰ ਰੋੜਿਆਂ ਉੱਤੇ ਹੀ ਚੱਲਣਾ ਪਵੇਗਾ। ਜ਼ਮੀਨ ਨੂੰ ਜੋ ਕੁਝ ਦਈਏ ਵਾਪਸ ਹੀ ਆਉਂਦਾ ਹੈ, ਜਗਤ ਨੂੰ ਜੋ ਕੁਝ ਦਈਏ ਵਾਪਸ ਹੀ ਆਉਂਦਾ ਹੈ। ਜੇ ਤੁਸੀਂ ਕਿਸੇ ਨੂੰ ਸੁੱਖ ਦੇਵੋਗੇ, ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਜੇ ਤੁਸੀਂ ਕਿਸੇ ਨੂੰ ਹਸਾਵੋਗੇ, ਤੁਹਾਡੀ ਝੋਲੀ ਹਾਸਿਆਂ ਨਾਲ ਭਰ ਜਾਵੇਗੀ। ਅਨੰਤ ਗੁਣ ਹੋ ਕੇ ਵਾਪਸ ਹੀ ਆਉਂਦਾ। ਬਸ ਇਹ ਨਿਯਮ, ਜੇ ਸਾਡੀ ਦੁੱਖਾਂ ਦੀ ਨਾਲ ਝੋਲੀ ਭਰੀ ਹੋਈ ਹੈ, ਤਾਂ ਤੁਸੀਂ ਸਮਝ ਲਓ ਕਿ ਅਸੀਂ ਜਗਤ ਨੂੰ ਦੁੱਖ ਦਿੱਤਾ ਹੋਵੇਗਾ। ਜੇ ਸਾਡੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਨੇ, ਤਾਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਅਸੀਂ ਕਿਸੇ ਨੂੰ ਰੋਣ ਲਈ ਮਜਬੂਰ ਕੀਤਾ ਹੋਵੇਗਾ। ਕਵੀ ਆਖਦਾ ਹੈ ਕਿ ਅਸੀਂ ਜਿੱਥੋਂ ਲੰਘੇ ਆ, ਇਹ ਠੀਕ ਹੈ ਕਿ ਅਸੀਂ ਸਾਰੀ ਧਰਤੀ ਨੂੰ ਗੁਲਸਤਾਨ ਨਹੀਂ ਬਣਾ ਸਕਦੇ, ਪਰ ਜਿੱਥੋਂ ਲੰਘੇ ਆ ਉੱਥੋਂ ਕੰਡੇ ਜ਼ਰੂਰ ਚੁੱਕੇ ਨੇ, ਉੱਥੋਂ ਕੰਡੇ ਜ਼ਰੂਰ ਹੁੰਜੇ ਨੇ। ਭਾਵ ਰਸਤਾ ਜ਼ਰੂਰ ਸਾਫ਼ ਕੀਤਾ, ਪੱਥਰਾਂ ਨੂੰ ਰਸਤੇ ਵਿੱਚੋਂ ਹਟਾਇਆ, ਪੱਥਰਾਂ ਨੂੰ ਰਸਤੇ ਵਿੱਚੋਂ ਚੁੱਕ ਕੇ ਰਸਤਾ ਸਾਫ਼ ਕੀਤਾ ਕਿ ਲੋਕ ਆਸਾਨੀ ਨਾਲ ਰਸਤੇ ਨੂੰ ਤੈਅ ਕਰ ਸਕਣ। ਜੇ ਕਿਸੇ ਦਾ ਰਸਤਾ ਤੂੰ ਆਸਾਨ ਕਰਦਾ ਹੈ, ਉਸ ਮਨੁੱਖ ਦੇ ਆਪਣੇ ਰਸਤੇ ਆਸਾਨ ਹੋ ਜਾਂਦੇ ਨੇ ਔਰ ਜੇ ਕਿਸੇ ਦਾ ਰਸਤਾ ਮੁਸ਼ਕਲ ਕਰਦਾ ਹੈ, ਉਸ ਦੇ ਚਾਰੇ ਪਾਸੇ ਮੁਸ਼ਕਲਾਂ ਤੋਂ ਬਿਨਾਂ ਜ਼ਿੰਦਗੀ ਵਿੱਚ ਹੋਰ ਕੁਝ ਵੀ ਨਹੀਂ ਹੁੰਦਾ। ਸਤਿਗੁਰ ਆਖਦੇ ਨੇ ਕਿ ਇਹ ਮਨੁੱਖ, ਇਹ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ, ਇਸ ਨੂੰ ਤੂੰ ਮੰਨ ਵੀ ਸਕਦਾ ਹੈ ਤੇ ਤੂੰ ਠੁਕਰਾ ਵੀ ਸਕਦਾ ਹੈ। ਤੂੰ ਨਿਯਮ ਦੀ ਪਾਲਣਾ ਵੀ ਕਰ ਸਕਦਾ ਹੈ, ਤੂੰ ਨਿਯਮ ਦੀ ਉਲੰਘਣਾ ਵੀ ਕਰ ਸਕਦਾ ਹੈ। ਇਸਲਾਮ ਜਗਤ ਵਿੱਚ ਇੱਕ ਬਹੁਤ ਪਿਆਰੀ ਗਾਥਾ ਮਸਕੀਨ ਸਾਹਿਬ ਦੱਸਦੇ ਹੁੰਦੇ ਸਨ ਔਰ ਮਸਕੀਨ ਸਾਹਿਬ ਦੇ ਆਸ਼ੀਰਵਾਦ ਨਾਲ ਹੀ ਦਾਸ ਇਹ ਕਥਾ ਕਰਦਾ। ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ। ਸਤਿਗੁਰਾਂ ਦੀ ਕਿਰਪਾ ਨਾਲ ਔਰ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਹੀ ਇਹ ਕਥਾ ਹੋ ਰਹੀ ਹੈ। ਸਤਿਗੁਰਾਂ ਨੇ ਹੀ ਸੰਤ ਸਿੰਘ ਜੀ ਮਸਕੀਨ ਜੀ ਦੀ ਜੋ ਕੀਤੀਆਂ ਹੋਈਆਂ ਕਥਾ, ਉਹਨਾਂ ਦੇ ਦੀਵਾਨ ਸੁਣਦੇ ਹੁੰਦੇ ਸਨ ਔਰ ਅੱਜ ਵੀ ਸੁਣ ਰਹੇ ਹਾਂ। ਔਰ ਸਤਿਗੁਰ ਕਿਰਪਾ ਕਰਨ ਔਰ ਸਤਿਗੁਰ ਦੀ ਬਾਣੀ ਸਾਡੇ ਹਿਰਦੇ ਵਿੱਚ ਵਸੇ। ਔਰ ਗੁਰੂ ਪਿਆਰਿਓ, ਬਹੁਤ ਹੀ ਪਿਆਰੀ ਇਸਲਾਮ ਜਗਤ ਦੀ ਇੱਕ ਗਾਥਾ ਹੈ ਕਿ ਹਜ਼ਰਤ ਅਲੀ ਹਜ਼ਰਤ ਮੁਹੰਮਦ ਸਾਹਿਬ ਨੂੰ ਆਖਣ ਲੱਗੇ ਕਿ ਮੈਂ ਵੀ ਕੁਝ ਕਰ ਸਕਦਾ ਹਾਂ, ਕਿ ਸਭ ਕੁਝ ਪਰਮਾਤਮਾ ਹੀ ਕਰ ਰਿਹਾ ਹੈ, ਕਿ ਸਭ ਕੁਝ ਖੁਦਾ ਹੀ ਕਰ ਰਿਹਾ ਹੈ, ਕਿ ਸਭ ਕੁਝ ਅੱਲਾ ਹੀ ਕਰ ਰਿਹਾ ਹੈ। ਮੁਹੰਮਦ ਸਾਹਿਬ ਆਖਣ ਲੱਗੇ ਕਿ ਇਹ ਅਲੀ ਜੀ, ਜੇ ਅਸੀਂ ਤੁਹਾਨੂੰ ਹੁਣ ਬੋਲ ਕੇ ਸਮਝਾਇਆ, ਬੋਲ ਕੇ ਦੱਸਿਆ,
ਪ੍ਰਮਾਣਾਂ ਨਾਲ ਬੋਲ ਕੇ ਦੱਸਿਆ। ਤੁਹਾਡੀ ਬੁੱਧੀ ਵਿੱਚ ਇਹ ਗੱਲ ਨਹੀਂ ਵੜੇਗੀ, ਤੁਹਾਡੀ ਸ਼ੰਕਾ ਦੂਰ ਨਹੀਂ ਹੋਵੇਗੀ। ਵਕਤ ਆਵੇਗਾ, ਕੋਈ ਸਮਾਂ ਆਵੇਗਾ, ਅਸੀਂ ਤੁਹਾਨੂੰ ਪ੍ਰਤੱਖ ਪ੍ਰਮਾਣ ਦੇ ਕੇ ਸਮਝਾਵਾਂਗੇ। ਪਰ ਹਜ਼ਰਤ ਅਲੀ ਜੀ ਨੇ ਜਿੱਦ ਕੀਤੀ, ਕਹਿੰਦੇ ਮੇਰੇ ਪ੍ਰਾਣਾਂ ਨੂੰ ਪਿਆਸ ਪਾਣੀ ਦੀ ਅੱਜ ਹੈ, ਕੱਲ ਨੂੰ ਪਤਾ ਨਹੀਂ ਇਹ ਪਿਆਸ ਰਹੇ ਨਾ ਰਹੇ, ਮੈਨੂੰ ਪਾਣੀ ਅੱਜ ਹੀ ਪਿਲਾਣਾ ਕਰੋ, ਮੈਨੂੰ ਅੱਜ ਹੀ ਸਮਝਾਣਾ ਕਰੋ ਕਿ ਕੁਝ ਮੈਂ ਵੀ ਕਰ ਸਕਦਾ ਹੈ ਕਿ ਜਾਂ ਸਭ ਕੁਝ ਖੁਦਾ ਕਰ ਰਿਹਾ ਹੈ। ਤੇ ਫਿਰ ਮੁਹੰਮਦ ਸਾਹਿਬ ਅਵਤਾਰੀ ਪੁਰਸ਼ ਨੇ, ਔਰ ਮੁਹੰਮਦ ਸਾਹਿਬ ਆਖਦੇ ਨੇ ਐ ਅਲੀ ਤੂੰ ਐਦਾਂ ਕਰੇ, ਆਪਣਾ ਇੱਕ ਪੈਰ ਜ਼ਮੀਨ ਤੋਂ ਚੁੱਕ। ਤੇ ਹਜ਼ਰਤ ਅਲੀ ਖੜੇ ਹੋਏ ਨੇ, ਉਹਨਾਂ ਨੇ ਜ਼ਮੀਨ ਤੋਂ ਆਪਣਾ ਸੱਜਾ ਪੈਰ ਚੁੱਕਿਆ। ਔਰ ਹੁਣ ਮੁਹੰਮਦ ਸਾਹਿਬ ਆਖਦੇ ਨੇ ਕਿ ਹਜ਼ਰਤ ਅਲੀ ਹੁਣ ਤੁਸੀਂ ਆਪਣਾ ਦੂਜਾ ਪੈਰ ਵੀ ਚੁੱਕਣਾ ਕਰੋ, ਤੇ ਦੂਜਾ ਪੈਰ ਵੀ ਧਰਤੀ ਤੋਂ ਚੁੱਕਣਾ ਕਰੋ। ਹੁਣ ਹਜ਼ਰਤ ਅਲੀ ਜੀ ਆਖਦੇ ਨੇ ਕਿ ਮੁਹੰਮਦ ਸਾਹਿਬ ਇਹ ਤਾਂ ਹੋ ਨਹੀਂ ਸਕਦਾ। ਉਹ ਕਹਿੰਦੇ ਫਿਰ ਤੁਸੀਂ ਦੂਜਾ ਪੈਰ ਜੇ ਚੱਕਣਾ ਹੋਵੇ ਤਾਂ ਤੁਹਾਨੂੰ ਕੀ ਕਰਨਾ ਪਵੇਗਾ? ਤੇ ਹਜ਼ਰਤ ਅਲੀ ਜੀ ਆਖਣ ਲੱਗੇ ਮੈਨੂੰ ਆ ਜਿਹੜਾ ਚੱਕਿਆ ਹੋਇਆ ਪੈਰ ਹੈ ਸੱਜਾ, ਇਹ ਥੱਲੇ ਰੱਖਣਾ ਪਵੇਗਾ। ਤੇ ਮੁਹੰਮਦ ਸਾਹਿਬ ਆਖਣ ਲੱਗੇ ਹਜ਼ਰਤ ਅਲੀ ਇਹ ਤੇਰੇ ਪ੍ਰਸ਼ਨ ਦਾ ਉੱਤਰ ਹੈ, ਇਹ ਤੇਰੇ ਸਵਾਲ ਦਾ ਜਵਾਬ ਹੈ। ਹਜ਼ਰਤ ਅਲੀ ਜੀ ਆਖਦੇ ਨੇ ਕਿ ਮੁਹੰਮਦ ਸਾਹਿਬ ਮੈਨੂੰ ਸਮਝ ਨਹੀਂ ਆਈ। ਤੇ ਮੁਹੰਮਦ ਸਾਹਿਬ ਆਖਦੇ ਨੇ ਕਿ ਜੇ ਅਸੀਂ ਤੈਨੂੰ ਇੱਕ ਪੈਰ ਚੁੱਕਣ ਲਈ ਆਖਿਆ, ਤੂੰ ਪੈਰ ਖੱਬਾ ਵੀ ਚੁੱਕ ਸਕਦਾ ਸੀ। ਇਸ ਲਈ ਪਰਮਾਤਮਾ ਨੇ ਇਸ ਗੱਲ ਦੀ ਤੁਹਾਨੂੰ ਆਜ਼ਾਦੀ ਦਿੱਤੀ ਹੋਈ ਹੈ ਮਨੁੱਖ ਨੂੰ ਕਿ ਉਹ ਕੰਮ ਸ਼ੁਭ ਵੀ ਕਰ ਸਕਦਾ ਏ, ਉਹ ਕੰਮ ਅਸ਼ੁਭ ਵੀ ਕਰ ਸਕਦਾ ਏ, ਫਲ ਦੋਨਾਂ ਦਾ ਹੀ ਮਿਲਣਾ ਹੈ। ਔਰ ਜੇ ਤੁਸੀਂ ਅਸ਼ੁਭ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਸ਼ੁਭ ਕੰਮ ਕਰਨਾ ਔਖਾ ਹੋ ਜਾਵੇਗਾ। ਅਸ਼ੁਭ ਕੰਮ ਕਰਨ ਤੋਂ ਪਹਿਲਾਂ ਰੁਕਣਾ ਪਵੇਗਾ, ਫਿਰ ਤੁਸੀਂ ਸ਼ੁਭ ਕੰਮ ਕਰ ਸਕਦੇ ਹੋ। ਇਸ ਲਈ ਇਸ ਗੱਲ ਦੀ ਤੁਹਾਨੂੰ ਖੋਲ੍ਹੇ ਕਿ ਤੁਸੀਂ ਪਹਿਲਾਂ ਸੱਜਾ ਪੈਰ ਵੀ ਚੱਕ ਸਕਦੇ ਹੋ, ਸ਼ੁਭ ਕੰਮ ਵੀ ਕਰ ਸਕਦੇ ਹੋ, ਔਰ ਖੱਬਾ ਪੈਰ ਵੀ ਪਹਿਲਾਂ ਚੱਕ ਸਕਦੇ ਹੋ, ਅਸ਼ੁਭ ਕੰਮ ਵੀ ਕਰ ਸਕਦੇ ਹੋ। ਇਸ ਗੱਲ ਦੀ ਪ੍ਰਮਾਤਮਾ ਨੇ ਖੁੱਲ੍ਹ ਦਿੱਤੀ ਹੋਈ ਹੈ ਕਿ ਤੁਸੀਂ ਉਸ ਦੇ ਨਿਯਮਾਂ ਦੀ ਉਲੰਘਣਾ ਵੀ ਕਰ ਸਕਦੇ ਹੋ, ਤੁਸੀਂ ਉਸ ਦੇ ਬਣਾਏ ਹੋਏ ਨਿਯਮਾਂ ਦੀ ਪਾਲਣਾ ਵੀ ਕਰ ਸਕਦੇ ਹੋ। ਜੇ ਉਸ ਦੇ ਬਣਾਏ ਹੋਏ ਨਿਯਮਾਂ ਦੀ ਉਲੰਘਣਾ ਬੰਦਾ ਕਰ ਹੀ ਨਹੀਂ ਸਕਦਾ, ਮਨੁੱਖ ਕਰ ਹੀ ਨਹੀਂ ਸਕਦਾ, ਤੇ ਸੰਤ ਮਸਕੀਨ ਸਾਹਿਬ ਜੀ ਆਖਦੇ ਸਨ ਤੇ ਫਿਰ ਇਹ ਜੋ ਉਪਦੇਸ਼ ਦੇਣ ਦਾ ਤਾਂ ਫਾਇਦਾ, ਫਿਰ ਉਪਦੇਸ਼ ਦੇਣ ਦਾ ਕੀ ਫਾਇਦਾ? ਫਿਰ ਉਪਦੇਸ਼ ਦੇਣਾ ਤਾਂ ਵਿਅਰਥ ਹੀ ਗਿਆ। ਇਸ ਲਈ ਪਰਮਾਤਮਾ ਦੇ ਬਣਾਏ ਹੋਏ ਨਿਯਮ ਦੀ ਮਨੁੱਖ ਉਲੰਘਣਾ ਵੀ ਕਰ ਸਕਦਾ ਏ, ਪਰਮਾਤਮਾ ਦੇ ਬਣਾਏ ਹੋਏ ਨਿਯਮ ਦੀ ਮਨੁੱਖ ਪਾਲਣਾ ਵੀ ਕਰ ਸਕਦਾ ਏ। ਇਹ ਵੀ ਇੱਕ ਪਰਮਾਤਮਾ ਦੀ ਦਇਆ ਏ, ਇਹ ਵੀ ਇੱਕ ਉਸ ਪਰਮਾਤਮਾ ਦਾ ਨਿਯਮ ਉਹ ਰਹਿਮਤ ਏ। ਸੋ ਗੁਰੂ ਪਿਆਰਿਓ, ਇਸ ਲਈ ਕਰਮ ਕਰਨ ਦੀ ਸਾਨੂੰ ਆਜ਼ਾਦੀ ਹੈ ਔਰ ਫਲ ਖੁਦਾ ਦੇ ਹੱਥ ਵਿੱਚ ਹੈ। ਜੇ ਤੂੰ ਇਹ ਮਨੁੱਖ ਸ਼ੁਭ ਕੰਮ ਕਰੇਗਾ ਤਾਂ ਵੀ ਤੈਨੂੰ ਫਲ ਮਿਲੇਗਾ, ਜੇ ਤੂੰ ਅਸ਼ੁਭ ਕੰਮ ਕਰੇਗਾ ਉਸ ਦਾ ਵੀ ਤੈਨੂੰ ਫਲ ਮਿਲੇਗਾ। ਦੁੱਖ ਕੀ ਹੈ? ਦੁੱਖ ਹੈ ਨਿਯਮ ਦੀ ਉਲੰਘਣਾ ਕਰਨੀ, ਉਸ ਪਰਮਾਤਮਾ ਦੇ ਹੁਕਮ ਦੀ ਉਲੰਘਣਾ ਕਰਨੀ ਦੁੱਖ ਹੈ। ਜਦੋਂ ਵੀ ਮਨੁੱਖ ਦੁਖੀ ਹੈ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੇਥੋਂ ਕਿਤੇ ਨਾ ਕਿਤੇ ਨਿਯਮ ਦੀ ਉਲੰਘਣਾ ਹੋਈ ਹੈ। ਸਾਹਿਬ ਕਹਿੰਦੇ ਨੇ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਸ ਹੁਕਮੀ ਦੀ ਰਜਾ ਵਿੱਚ ਚੱਲਣਾ। ਕਿਹੜੇ ਹੁਕਮ ਦੀ ਰਜਾ ਵਿੱਚ ਚੱਲਣਾ? ਜੋ ਤੇਰੇ ਨਾਲ ਲਿਖਿਆ ਹੋਇਆ ਹੈ। ਸੋ ਗੁਰੂ ਪਿਆਰਿਓ, ਬਸ ਉਸ ਪਰਮੇਸ਼ਰ ਦੀ ਰਜਾ ਵਿੱਚ ਚੱਲਦਿਆਂ ਹੀ ਝੂਠ ਦੀ ਕੰਧ ਢਹਿ ਜਾਂਦੀ ਹੈ, ਝੂਠ ਦੀ ਪਾਲ ਟੁੱਟ ਜਾਂਦੀ ਹੈ, ਮਨੁੱਖ ਸਚਿਆਰਾ ਹੋ ਜਾਂਦਾ ਹੈ, ਸੱਚ ਵਿੱਚ ਲੀਨ ਤਾਂ ਹੋ ਜਾਂਦੀ ਹੈ। ਔਰ ਗੁਰੂ ਪਿਆਰਿਓ, ਇੱਕ ਬਹੁਤ ਹੀ ਪਿਆਰੀ ਗਾਥਾ, ਇੱਕ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ, ਫਕੀਰ ਸਾਈਂ ਔਰ ਮਹਾਪੁਰਸ਼ ਤੁਰੇ ਜਾਂਦੇ ਨੇ, ਉਹਨਾਂ ਨੂੰ ਤੱਕਿਆ ਏ ਇੱਕ ਅਮੀਰ ਬੰਦੇ ਨੇ ਜੋ ਕਿਰਤੀ ਦਸਾਂ ਨਹਾਂ ਦੀ ਕਿਰਤ ਬਿਰਤ ਕਰਨ ਵਾਲਾ ਔਰ ਪ੍ਰਮਾਤਮਾ ਦਾ ਗੱਲ ਗੱਲ ਤੇ ਹਰ ਸਾਹ ਨਾਲ ਸ਼ੁਕਰਾਨਾ ਕਰਨ ਵਾਲਾ,
ਉਹ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਰੰਗਿਆ ਹੋਇਆ ਉਹ ਮਨੁੱਖ ਦਸਾਂ ਨੇਹਾਂ ਦੀ ਕਿਰਤ ਕਰਨ ਵਾਲਾ, ਧਨ ਵਿੱਚ ਵੀ ਅਮੀਰ, ਨਾਮ ਧਨ ਵਿੱਚ ਵੀ ਅਮੀਰ ਔਰ ਦੁਨਿਆਵੀ ਧਨ ਵਿੱਚ ਵੀ ਅਮੀਰ। ਔਰ ਉਸਨੇ ਜਦੋਂ ਧੁੱਪ ਵਿੱਚ ਜਾਂਦੇ ਮਹਾਪੁਰਸ਼ਾਂ ਨੂੰ ਤੱਕਿਆ ਔਰ ਆਖਿਆ, ਇਹ ਮਹਾਪੁਰਸ਼ੋ ਆਓ ਬੈਠੋ, ਮੈਂ ਤੁਹਾਨੂੰ ਚਾਹ ਪਾਣੀ ਛਕਾਉਣਾ ਹੈ, ਪ੍ਰਸ਼ਾਦਾ ਛਕਾਉਣਾ ਹੈ, ਤੁਸੀਂ ਧੁੱਪ ਵਿੱਚ ਜਾ ਰਹੇ ਹੋ, ਬੈਠਣਾ ਕਰੋ, ਕੁਝ ਆਰਾਮ ਕਰ ਲਓ। ਤੇ ਉਹ ਫਕੀਰ ਸਾਈਂ, ਉਹ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ, ਉਹਨਾਂ ਦਾ ਕੰਮ ਹੀ ਉਸ ਪਰਮਾਤਮਾ ਨਾਲ ਜੋ ਟੁੱਟੇ ਹੋਏ ਨੇ ਉਹਨਾਂ ਨੂੰ ਜੋੜਦੇ ਨੇ, ਜੋ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਨੇ ਉਹਨਾਂ ਨਾਲ ਉਹ ਵਿਚਾਰਾਂ ਕਰਦੇ ਨੇ ਉਸ ਪਰਮਾਤਮਾ ਦੀਆਂ। ਉਹ ਆਖਦੇ ਨੇ, ਇਹ ਭਲਿਆ ਲੋਕਾ, ਤੇਰਾ ਸੁਭਾਅ ਬਹੁਤ ਮਿੱਠਾ ਹੈ, ਤੈਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਏ। ਉਹ ਅਮੀਰ ਬੰਦਾ ਆਖਦਾ, ਦੱਸੋ ਬਾਬਾ ਜੀ ਮੈਂ ਤੁਹਾਡੀ ਕੀ ਸੇਵਾ ਕਰਾਂ, ਮੈਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਏ। ਔਰ ਇਹ ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਕਰਦੇ ਆ, ਉਸਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ, ਅੰਗ ਪੈਰ ਦਿੱਤੇ ਨੇ, ਹੱਥ ਪੈਰ ਦਿੱਤੇ ਨੇ, ਸਾਰੇ ਅੰਗ ਕਾਇਮ ਨੇ। ਔਰ ਪਰਮਾਤਮਾ ਨੇ ਧਨ ਪਦਾਰਥ ਦੀ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ। ਹੁਣ ਤਾਂ ਪਰਮਾਤਮਾ ਜੇ ਧਨ ਪਦਾਰਥ ਨਾ ਵੀ ਦੇਵੇ ਤਾਂ ਵੀ ਕੋਈ ਗੱਲ ਨਹੀਂ, ਤਾਂ ਵੀ ਜ਼ਿੰਦਗੀ ਬਤੀਤ ਹੋ ਜਾਣੀ ਹੈ ਕਿ ਉਸ ਪਰਮਾਤਮਾ ਨੇ ਇੰਨਾ ਸਾਨੂੰ ਧਨ ਪਦਾਰਥ ਦੇ ਦਿੱਤਾ ਹੈ। ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਹੈ, ਉਹ ਹਰ ਸਾਹ ਨਾਲ ਸ਼ੁਕਰਗੁਜ਼ਾਰ ਕਰਦਾ ਹੈ ਪਰਮਾਤਮਾ ਦਾ। ਉਹ ਫਕੀਰ ਸਾਈਂ ਆਖਦਾ ਕਿ ਤੈਨੂੰ ਹੋਰ ਕੀ ਚਾਹੀਦਾ? ਉਹ ਕਹਿੰਦਾ, ਅਮੀਰ ਬੰਦਾ ਆਖਦਾ, ਬਾਬਾ ਜੀ ਹੋਰ ਮੈਨੂੰ ਕੁਝ ਨਹੀਂ ਚਾਹੀਦਾ, ਬਸ ਮੈਨੂੰ ਨਾਮ ਦੀ ਦਾਤ ਚਾਹੀਦੀ ਹੈ, ਬਸ ਦਿਨ ਰਾਤ ਉਸ ਪਰਮਾਤਮਾ ਦਾ ਸਿਮਰਨ ਕਰਾਂ ਔਰ ਉਹਦਾ ਹਰ ਸਾਹ ਨਾਲ ਸ਼ੁਕਰਾਨਾ ਕਰਾਂ। ਅਸੀਂ ਬਸ ਇਹੀ ਮੇਰੀ ਮਨ ਦੀ ਚਾਹਤ ਹੈ ਕਿ ਮੈਂ ਹਰ ਸਾਹ ਨਾਲ, ਹਰ ਘੜੀ, ਹਰ ਪਲ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਾਂ। ਤੇ ਉਹ ਜਦੋਂ ਉਹਦਾ ਐਡਾ ਸਬਰ ਸੰਤੋਖ ਫਕੀਰ ਸਾਈਂ ਨੇ ਦੇਖਿਆ ਔਰ ਫਕੀਰ ਸਾਈਂ ਆਖਦਾ, ਮੰਗ ਲੈ ਜੇ ਕੁਝ ਮੰਗਣਾ, ਅਸੀਂ ਜਦੋਂ ਸਮਾਧੀ ਵਿੱਚ ਜਾਵਾਂਗੇ ਅਸੀਂ ਉਸ ਪਰਮਾਤਮਾ ਅੱਗੇ ਫਰਿਆਦ ਕਰਾਂਗੇ। ਤੇ ਉਹ ਅਮੀਰ ਬੰਦਾ ਆਖਦਾ ਕਿ ਹੁਣ ਤੁਸੀਂ ਇਹੀ ਕਿਰਪਾ ਕਰਿਓ ਬਾਬਾ ਜੀ, ਕਿ ਉਸ ਪਰਮਾਤਮਾ ਨੂੰ ਆਖਿਓ ਕਿ ਮੈਨੂੰ ਹੁਣ ਹੋਰ ਧਨ ਪਦਾਰਥ ਦੀ ਜ਼ਰੂਰਤ ਨਹੀਂ, ਆ ਤੁਹਾਡਾ ਦਿੱਤਾ ਹੋਇਆ ਬਹੁਤ ਕੁਛ ਹੈ, ਸਭ ਕੁਝ ਤੁਹਾਡਾ ਦਿੱਤਾ ਹੋਇਆ ਹੈ, ਬਸ ਨਾਮ ਦੀਆਂ ਦਾਤਾਂ ਬਖਸ਼ੋ, ਦਿਨ ਰਾਤ ਤੁਹਾਡੇ ਨਾਮ ਦਾ ਰੰਗ ਚੜਿਆ ਰਹੇ। ਔਰ ਇਹ ਤੁਹਾਡਾ ਲੱਖ ਲੱਖ ਸ਼ੁਕਰਗੁਜ਼ਾਰ ਹੈ, ਤੁਹਾਡੇ ਭੇਜੇ ਹੋਈ ਇਸ ਸੰਸਾਰ ਤੇ ਜੀਵਨ ਯਾਤਰਾ ਕਰ ਰਹੇ ਹਾਂ। ਜਦੋਂ ਇਹ ਗੱਲ ਸੁਣੀ ਉਹ ਫਕੀਰ ਸਾਈਂ ਕਹਿੰਦਾ, ਭਾਈ ਤੇਰੇ ਤੇ ਉਸ ਪਰਮਾਤਮਾ ਦੀ ਬਹੁਤ ਕਿਰਪਾ ਹੈ, ਠੀਕ ਹੈ, ਅਸੀਂ ਉਸ ਪਰਮਾਤਮਾ ਅੱਗੇ ਤੇਰੀ ਜੋ ਮਨ ਦੀ ਇਹ ਕਾਮਨਾ ਹੈ ਇਹ ਅਸੀਂ ਉਸ ਪਰਮਾਤਮਾ ਅੱਗੇ ਫਰਿਆਦ ਕਰਾਂਗੇ। ਫਿਰ ਉਹ ਸਾਧੂ, ਉਹ ਫਕੀਰ ਸਾਈਂ, ਉਹ ਮਹਾਪੁਰਸ਼ ਅੱਗੇ ਗਏ ਨੇ। ਅੱਗੇ ਇੱਕ ਭਿਖਾਰੀ ਮਿਲਦਾ, ਉਹ ਮਹਾਪੁਰਸ਼ਾਂ ਨੂੰ ਆਖਦਾ ਕਿ ਮਹਾਪੁਰਸ਼ੋ ਮੈਨੂੰ ਕੁਝ ਪੈਸੇ ਦਿਓ। ਤੇ ਮਹਾਪੁਰਸ਼ ਆਖਦੇ ਨੇ ਕਿ ਭਾਈ ਪੈਸੇ ਤਾਂ ਸਾਡੇ ਕੋਲ ਹੈ ਨਹੀਂ, ਤੂੰ ਦੱਸ, ਅਸੀਂ ਰੱਬ ਦੇ ਅੱਗੇ ਤੇਰੇ ਲਈ ਫਰਿਆਦ ਕਰਦੇ ਆਂ, ਤੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਉਹ ਭਿਖਾਰੀ ਰੱਬ ਨਾਲ ਬੜਾ ਗਿਲਾ ਕਰਦਾ, ਬੜਾ ਰੱਬ ਨਾਲ ਹਰਖ ਗਿਲਾ ਕਰਦਾ ਔਰ ਆਖਦਾ ਕਿ ਪਰਮਾਤਮਾ ਨੇ ਮੈਨੂੰ ਕੁਝ ਵੀ ਨਹੀਂ ਦਿੱਤਾ, ਆ 20 ਬੰਦਿਆਂ ਅੱਗੇ ਮੈਂ ਹੱਥ ਅੱਡਦਾ ਆ, ਤਾਂ ਕਿਤੇ ਪਰਮਾਤਮਾ ਤਾਂ ਕਿਤੇ ਕੋਈ ਬੰਦਾ ਮੈਨੂੰ 20 ਚੋਂ ਇੱਕ ਅੱਧਾ ਬੰਦਾ ਮੈਨੂੰ ਪੈਸੇ ਦਿੰਦਾ, ਉਹ ਵੀ ਥੋੜੇ ਬਹੁਤ, ਜਿਹਦੇ ਨਾਲ ਮੈਂ ਖਾਣਾ ਵੀ ਨਹੀਂ ਖਾ ਸਕਦਾ। ਇਸ ਲਈ ਉਹ ਪਰਮਾਤਮਾ ਨਾਲ ਗਿਲਾ ਕਰਦਾ ਭਿਖਾਰੀ। ਤੇ ਫਕੀਰ ਸਾਈਂ ਸਮਝ ਗਏ ਨੇ। ਫਕੀਰ ਸਾਈਂ ਆਖਦੇ ਨੇ ਕਿ ਇਹ ਬੰਦੇ, ਅਸੀਂ ਰੱਬ ਅੱਗੇ ਤੇਰੀ ਅਰਦਾਸ ਕਰਾਂਗੇ, ਤੂੰ ਇੰਨਾ ਰੱਬ ਨਾਲ ਪਰ ਗਿਲਾ ਨਾ ਕਰ। ਉਹ ਕਹਿੰਦਾ, ਰੱਬ ਨੇ ਮੈਨੂੰ ਦਿੱਤਾ ਹੀ ਕੁਝ ਨਹੀਂ, ਮੈਂ 20 ਬੰਦਿਆਂ ਕੋਲੋਂ ਪੈਸੇ ਮੰਗਦਾ, ਕਿਤੇ ਕੋਈ ਇੱਕ ਜਾਂ ਦੋ ਬੰਦੇ ਥੋੜੇ ਬਹੁਤ ਦਿੰਦੇ ਨੇ ਪੈਸੇ, ਉਹਨੇ ਨਾਲ ਮੇਰਾ ਖਾਣਾ ਹੀ ਨਹੀਂ ਚੱਲਦਾ, ਉਹਨੇ ਨਾਲ ਮੇਰਾ ਢਿੱਡ ਭਰ ਕੇ ਮੈਂ ਰੋਟੀ ਵੀ ਨਹੀਂ ਮੈਨੂੰ ਮਿਲਦੀ। ਤੇ ਉਹ ਰੱਬ ਨਾਲ ਗਿਲਾ ਕਰਦਾ। ਔਰ ਫਕੀਰ ਸਾਈਂ ਇਹ ਉਸ ਭਿਖਾਰੀ ਦੀ ਗੱਲ ਸੁਣ ਕੇ ਅੱਗੇ ਚੱਲ ਗਏ ਨੇ। ਔਰ ਇਹ ਜਦੋਂ ਬਿਸਮਾਤ ਅਵਸਥਾ ਵਿੱਚ ਲੀਨ ਹੋਏ ਨੇ, ਜਦੋਂ ਬਿਸਮਾਤ ਸਮਾਧੀ ਲਾਈ ਹੈ,
ਔਰ ਫਕੀਰ ਸਾਈਂ ਜੋ ਫਕੀਰ ਸਾਈਂ ਨੂੰ ਜੋ ਮਹਾਂਪੁਰਸ਼ਾਂ ਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋਈ, ਜੋ ਆਤਮਿਕ ਆਵਾਜ਼ ਆਈ, ਅੰਦਰ ਆਤਮਾ ਤੋਂ ਆਵਾਜ਼ ਆਈ। ਹੁਣ ਉਹ ਜਦੋਂ ਆਏ ਨੇ, ਉਹਨਾਂ ਨੂੰ ਉਹ ਅਮੀਰ ਬੰਦਾ ਪਹਿਲਾਂ ਮਿਲਿਆ। ਉਹ ਕਹਿੰਦਾ ਮਹਾਂਪੁਰਸ਼ੋ, ਮੇਰੀ ਗੱਲ ਕੀਤੀ, ਮੇਰੀ ਫਰਿਆਦ ਕੀਤੀ ਤੁਸੀਂ ਪਰਮਾਤਮਾ ਅੱਗੇ ਕਿ ਮੈਨੂੰ ਹੁਣ ਉਹ ਭਾਵੇਂ ਦੇਣਾ ਬੰਦ ਕਰ ਦੇਵੇ, ਮੈਨੂੰ ਉਹਦਾ ਦਿੱਤਾ ਬਹੁਤ ਕੁਛ ਹੈ, ਉਹਦਾ ਲੱਖ ਲੱਖ ਸ਼ੁਕਰਗੁਜ਼ਾਰ ਹੈ। ਤੇ ਉਹ ਸਾਧੂ ਜੀ ਆਖਦੇ ਨੇ, ਉਹ ਮਹਾਂਪੁਰਸ਼ ਆਖਦੇ ਨੇ, ਇਹ ਭਲਿਆ ਲੋਕਾਂ, ਪਰਮਾਤਮਾ ਕਹਿੰਦਾ ਕਿ ਤੂੰ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇ, ਮੈਂ ਤੈਨੂੰ ਚੀਜ਼ ਵਸਤ ਦੇਣੀ ਬੰਦ ਕਰ ਦੇਵਾਂਗਾ। ਉਹ ਕਹਿੰਦਾ ਇਹ ਨਹੀਂ ਹੋ ਸਕਦਾ। ਉਹ ਬੰਦਾ ਕਹਿੰਦਾ ਮੈਂ ਤਾਂ ਭੇਜਿਆ ਹੀ ਹੋਇਆ ਉਸ ਪਰਮਾਤਮਾ ਦਾ, ਇਸ ਧਰਤੀ ਤੇ ਆਇਆ ਹਾਂ, ਉਹਨੇ ਮੈਨੂੰ ਇੰਨਾ ਸੋਹਣਾ ਸਰੀਰ ਦਿੱਤਾ, ਇੰਨੀ ਧਨ ਦੌਲਤ ਦਿੱਤੀ ਹੈ, ਉਹਦਾ ਸ਼ੁਕਰਾਨਾ ਤਾਂ ਅਸੀਂ ਕਰ ਹੀ ਨਹੀਂ ਸਕਦੇ। ਇਹ ਚੰਮ ਦੀ ਜੀਭਾ ਸ਼ੁਕਰਾਨਾ ਕਰ ਹੀ ਨਹੀਂ ਸਕਦੀ। ਅਸੀਂ ਤਾਂ ਹਰ ਸਾਹ ਨਾਲ ਉਹਦਾ ਸ਼ੁਕਰਾਨਾ ਕਰਦੇ ਹਾਂ ਜਿੰਨਾ ਹੋ ਸਕੇ। ਤੇ ਉਹ ਸਾਧੂ ਹੱਸ ਪਿਆ ਔਰ ਆਖਦਾ ਕਿ ਇਹ ਤੇਰਾ ਸ਼ੁਕਰਾਨਾ ਹੀ, ਇਹ ਤੇਰੇ ਘਰ ਦੀਆਂ ਬਰਕਤਾਂ ਨੇ, ਤੂੰ ਉਸ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਰਹਿ, ਇਸੇ ਤਰ੍ਹਾਂ ਆਨੰਦ ਮਾਣੇਗਾ, ਉਹਦੇ ਹੁਕਮ ਦੀ ਪਾਲਣਾ ਕਰਦਾ ਰਹਿ ਔਰ ਦਸਾਂ ਨੇਹਾਂ ਦੀ ਕਿਰਤ ਕਰਦਾ ਰਹਿ। ਹੁਣ ਅੱਗੇ ਗਿਆ ਸਾਧੂ ਤੇ ਉਹ ਫਕੀਰ ਮਿਲਿਆ, ਕਹਿੰਦਾ ਬਾਬਾ ਜੀ ਮੇਰੀ ਫਰਿਆਦ ਕੀਤੀ ਤੁਸੀਂ ਖੁਦਾ ਅੱਗੇ, ਪਰਮਾਤਮਾ ਅੱਗੇ ਮੇਰੀ ਫਰਿਆਦ ਕੀਤੀ। ਉਹ ਕਹਿੰਦੇ ਭਾਈ ਤੇਰੀ ਫਰਿਆਦ ਕੀਤੀ। ਕਹਿੰਦੇ ਫਿਰ ਖੁਦਾ ਕੀ ਕਹਿੰਦਾ? ਉਹ ਕਹਿੰਦੇ ਸਾਨੂੰ ਆਤਮਾ ਵਿੱਚੋਂ ਆਵਾਜ਼ ਆਈ ਹੈ, ਅੰਦਰ ਆਤਮਾ ਚੋਂ ਗਿਆਨ ਪ੍ਰਾਪਤ ਹੋਇਆ ਕਿ ਪਰਮਾਤਮਾ ਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਹੈ, ਅੰਗ ਪੈਰ ਦਿੱਤੇ ਨੇ, ਔਰ ਤੂੰ ਉਸ ਪਰਮਾਤਮਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਹ ਕਹਿੰਦਾ ਮੈਂ ਕੀ ਉਲੰਘਣਾ ਕੀਤੀ ਹੈ? ਉਹ ਮਹਾਂਪੁਰਸ਼ ਆਖਦੇ ਨੇ ਕਿ ਭਾਈ ਤੂੰ ਇਹੀ ਉਲੰਘਣਾ ਕੀਤੀ ਹੈ ਕਿ ਤੂੰ ਰਸਤਾ ਹੱਥ ਫੈਲਾਉਣ ਦਾ ਚੁਣ ਲਿਆ, ਤੂੰ ਰਸਤਾ ਚੁਣਨਾ ਸੀ ਦਸਾਂ ਨੇਹਾਂ ਦੀ ਕਿਰਤ ਕਰਨ ਦਾ। ਇਹ ਪਰਮਾਤਮਾ ਦੀ ਇਹ ਰਜਾ ਹੈ ਕਿ ਮਨੁੱਖ ਦਸਾਂ ਨੇਹਾਂ ਦੀ ਕਿਰਤ ਕਰੇ, ਨਾਮ ਜਪੇ, ਵੰਡ ਛਕੇ। ਔਰ ਤੂੰ ਨਿਯਮ ਦੀ ਉਲੰਘਣਾ ਕੀਤੀ ਹੈ, ਤਾਂ ਹੀ ਤੂੰ ਭੀਖ ਮੰਗਦਾ ਔਰ ਤਾਂ ਹੀ ਤੂੰ ਕਿਸੇ ਦੇ ਅੱਗੇ ਹੱਥ ਅੱਡਦਾ। ਤੂੰ ਏਦਾਂ ਕਰ, ਦਸਾਂ ਨੇਹਾਂ ਦੀ ਕਿਰਤ ਕਰ। ਇਹ ਮਹਾਂਪੁਰਸ਼ਾਂ ਦੇ ਬੋਲ ਉਹਦੇ ਹਿਰਦੇ ਵਿੱਚ ਵਸ ਗਏ। ਉਹ ਕਹਿੰਦੇ ਬਾਬਾ ਜੀ ਫਿਰ ਅੱਜ ਤੋਂ ਭੀਖ ਮੰਗਣੀ ਬੰਦ। ਉਹ ਕਹਿੰਦੇ ਫਿਰ ਤੂੰ ਏਦਾਂ ਕਰ, ਮਜ਼ਦੂਰੀ ਕਰ ਮਜ਼ਦੂਰੀ ਤੇ ਖਾ ਚੂਰੀ। ਅਜੇ ਇੱਦਾਂ ਗੱਲਾਂ ਹੀ ਕਰਦੇ ਸਨ, ਕੋਲੋਂ ਇੱਕ ਬੰਦਾ ਲੰਘਿਆ, ਉਹ ਆਖਦਾ ਭਾਈ ਮੈਨੂੰ ਇੱਕ ਮਜ਼ਦੂਰ ਦੀ ਲੋੜ ਹੈ, ਮੈਂ ਘਰ ਸਫੈਦੀ ਕਰਾਉਣੀ ਹੈ। ਔਰ ਜਦੋਂ ਉਸਨੇ ਇਹ ਸੁਣਿਆ, ਉਹ ਭਿਖਾਰੀ ਆਖਦਾ ਇਹ ਪਰਮਾਤਮਾ ਤੇਰਾ ਲੱਖ ਲੱਖ ਸ਼ੁਕਰਗੁਜ਼ਾਰ ਹੈ, ਇੰਨੀ ਜਲਦੀ ਤੂੰ ਸੁਣਦਾ, ਤੇਰੇ ਹੁਕਮ ਵਿੱਚ ਕੋਈ ਚੱਲਣ ਲਈ ਇੱਕ ਕਦਮ ਪੁੱਟੇ, ਤੂੰ ਇੰਨੀ ਜਲਦੀ ਸੁਣਦਾ, ਤੂੰ ਇੰਨੇ ਕਦਮ ਅੱਗੇ ਹੋ ਕੇ ਲੈਣ ਆਉਣਾ। ਔਰ ਉਹ ਜਦੋਂ ਉਹ ਭਿਖਾਰੀ ਜਦੋਂ ਸਫੈਦੀ ਕਰਨ ਗਿਆ ਉਸ ਬੰਦੇ ਦੇ ਘਰ, ਉਹਨੇ ਇੰਨੀ ਰੀਝ ਨਾਲ ਮਜ਼ਦੂਰੀ ਕੀਤੀ, ਇੰਨੀ ਰੀਝ ਨਾਲ ਸਫੈਦੀ ਕੀਤੀ ਕਿ ਉਸ ਬੰਦੇ ਤੋਂ ਹੋਰ ਕਈ ਬੰਦੇ ਪੁੱਛਣ ਲੱਗੇ ਭਾਈ ਤੂੰ ਕਿਹਤੋਂ ਸਫੈਦੀ ਕਰਾਈ? ਅਸੀਂ ਵੀ ਕਰਵਾਉਣੀ ਹੈ। ਹੌਲੀ ਹੌਲੀ ਉਹ ਬੰਦਾ ਇੰਨਾ ਮਸ਼ਹੂਰ ਹੋ ਗਿਆ, ਜਿਹੜੇ ਲੋਕ ਉਹਨੂੰ ਦੇਖ ਕੇ ਦਰਵਾਜ਼ਾ ਬੰਦ ਕਰ ਲੈਂਦੇ ਸਨ, ਅੱਜ ਉਹ ਲੋਕ ਉਹਨੂੰ ਆਵਾਜ਼ਾਂ ਮਾਰਦੇ ਨੇ ਭਾਈ ਆ ਜਾ, ਤੂੰ ਸਭ ਤੋਂ ਜ਼ਿਆਦਾ ਪੈਸੇ ਲੈ ਲਈ, ਸਾਡੇ ਘਰ ਵੀ ਸਫੈਦੀ ਕਰਦੇ, ਸਾਡੇ ਘਰ ਵੀ ਰੰਗ ਰੋਗਨ ਕਰਦੇ। ਗੁਰੂ ਪਿਆਰਿਓ, ਅੱਜ ਜਦੋਂ ਉਹ ਮਹਾਂਪੁਰਸ਼ਾਂ ਨੂੰ ਮਿਲਿਆ ਔਰ ਆਖਦਾ ਕਿ ਮਹਾਂਪੁਰਸ਼ੋ ਮੇਰੀਆਂ ਤਾਂ ਤੁਸੀਂ ਅੱਖਾਂ ਖੋਲ ਦਿੱਤੀਆਂ, ਮੈਨੂੰ ਤੁਸੀਂ ਦੱਸ ਦਿੱਤਾ ਕਿ ਜਿਹੜਾ ਮਨੁੱਖ ਦੁਖੀ ਹੈ ਬਸ ਉਹਦੇ ਦੁੱਖ ਦਾ ਇੱਕੋ ਹੀ ਕਾਰਨ ਹੈ ਕਿ ਉਹ ਪਰਮਾਤਮਾ ਦੇ ਹੁਕਮ ਦੀ ਉਲੰਘਣਾ ਕਰ ਰਿਹਾ ਹੈ। ਜਿਹੜਾ ਮਨੁੱਖ ਸੁਖੀ ਹੈ ਉਹਦਾ ਇੱਕੋ ਹੀ ਇੱਕ ਹੈ ਕਿ ਉਹ ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰ ਰਿਹਾ ਹੈ। ਪਰਮਾਤਮਾ ਦੇ ਹੁਕਮ ਦੀ ਉਲੰਘਣਾ ਕਰਨਾ ਦੁੱਖ ਹੈ, ਪਰਮਾਤਮਾ ਦੇ ਬਣਾਏ ਹੁਕਮ ਦੀ ਪਾਲਣਾ ਕਰਨਾ ਸੁੱਖ ਹੈ। ਜਿਹੜਾ ਅਗਨ ਬਰਾਬਰ ਤਪੈ ਭੀਤਰ ਬੱਗੈ ਕਾਤੀ, ਪ੍ਰਾਣਵਤ ਨਾਨਕ ਹੁਕਮ ਪਛਾਣੈ
ਸੁਖ ਹੋਵੇ ਦਿਨ ਰਾਤੀ। ਤੈਨੂੰ ਸੁਖ ਹੋਵੇ ਦਿਨ ਰਾਤੀ, ਹੁਕਮ ਪਛਾਣ ਬੰਦਿਆ। ਤੈਨੂੰ ਸੁਖ ਹੋਵੇ ਦਿਨ ਰਾਤੀ, ਹੁਕਮ ਪਛਾਣ ਬੰਦਿਆ। ਸੋ ਗੁਰੂ ਪਿਆਰਿਓ, ਉਸ ਭਿਖਾਰੀ ਨੇ ਉਸ ਪਰਮਾਤਮਾ ਦਾ ਹੁਕਮ ਪਛਾਣਿਆ, ਉਹ ਭਿਖਾਰੀ ਤੋਂ ਅਮੀਰ ਹੋ ਗਿਆ ਔਰ ਸੁਖ ਮਾਨਣ ਲੱਗਾ। ਆਪ ਜੀ ਦੀ ਸੇਵਾ ਸਿਮਰਨ ਕਰਦਿਆਂ ਵਕਤ ਹੈ ਸੱਚੇ ਪਿਤਾ ਵਾਹਿਗੁਰੂ, ਆਪ ਜੀ ਨੇ ਆਪ ਹੀ ਆਪਣੇ ਦਾਸ ਤੋਂ ਕਥਾ ਕਰਵਾਈ ਹੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਿਰਪਾ ਕਰੋ ਅਸੀਂ ਵੀ ਆਪ ਜੀ ਦੇ ਹੁਕਮ ਦੀ ਪਾਲਣਾ ਕਰ ਸਕੀਏ, ਆਪ ਦੇ ਭਾਣੇ ਵਿੱਚ, ਆਪ ਦੀ ਰਜ਼ਾ ਵਿੱਚ ਚੱਲ ਸਕੀਏ। ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਮਾਫ ਕਰਨੀਆਂ, ਅੱਗੇ ਤੋਂ ਛੋਟੇ ਵੱਡ ਸੇਵਾ ਤੇ ਸਿਮਰਨ ਕਰਨ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।